ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਦੋ ਜਹਾਨ ਦੇ ਵਾਲੀ। ਦਸਾਂ ਪਾਤਸ਼ਾਹੀਆਂ ਦੀ ਪਾਵਨ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਦੇ ਪਾਵਨ ਦਰਬਾਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਗੁਰੂ ਦਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਬਹੁਤ ਵੱਡੇ ਭਾਗ ਹਨ। ਗੁਰੂ ਦਰ ਦੀਆਂ ਹਾਜ਼ਰੀਆਂ ਭਰਨ ਦਾ, ਗੁਰੂ ਕੀ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਲਾਹੀ ਬਾਣੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਤੋਂ ਉਪਰੰਤ ਸਤਿਗੁਰੂ ਜੀ ਦੇ ਲੜੀਵਾਰ ਪਾਵਨ ਪਵਿੱਤਰ ਮੁੱਖ ਵਾਕ ਨੂੰ ਸਰਵਣ ਕੀਤਾ ਹੈ। ਆਓ ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ। ਜਿੱਥੇ ਸਾਹਿਬਾਂ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗ ਹੈ ਪਤ ਸਿਉ ਜਾਇਂਦਾ। ਉੱਥੇ ਗਰੀਬ ਨਵਾਜ਼ ਸਤਿਗੁਰੂ ਜੀ ਨੇ ਹੋਰ ਬਖਸ਼ਿਸ਼ ਰਹਿਮਤ ਕਰਦਿਆਂ ਹੋਇਆਂ ਸਾਡੇ ਤੇ ਮਹਾਨ ਕਿਰਪਾ ਕੀਤੀ, ਰਹਿਮਤ ਕੀਤੀ ਕਿ ਸਭ ਸੈ ਉੱਤਮ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਛਾਰ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ ਦੇ ਮਾਂ ਵਾਕਾਂ ਅਨੁਸਾਰ। ਆਓ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਜੀਵਨ ਦੀਆਂ ਘੜੀਆਂ ਸਵਾਸਾਂ ਤੇ ਪਲਾਂ ਨੂੰ ਗੁਰੂ ਲੇਖੇ ਲਾਉਣ ਦਾ ਯਤਨ ਕਰੀਏ। ਸਾਰੇ ਮਾਈ ਭਾਈ ਕਰੋ ਰਸਨਾ ਪਵਿੱਤਰ ਲਵਾਓ, ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਕੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ, ਤਿਨਾਂ ਦੀ ਪਾਵਨ ਕੀਰਤੀ ਵਡਿਆਈ ਦੇ ਅੰਦਰ ਪਟ ਸਾਹਿਬਾਨਾਂ ਜੀ ਨੇ ਜੋ ਅੰਮ੍ਰਿਤਮਈ ਪਾਵਨ ਸਵਈਏ ਉਚਾਰਨ ਕੀਤੇ ਨੇ, ਤਿਨਾਂ ਦੀ ਪਾਵਨ ਕੀਰਤੀ ਵਡਿਆਈ ਦੇ ਅੰਦਰ ਪਟ ਸਾਹਿਬਾਨਾਂ ਨੇ 60 ਸਵਈਏ ਜਿਹੜੇ ਨੇ ਉਹ ਉਚਾਰਨ ਕੀਤੇ ਹਨ। ਉਹਨਾਂ 60 ਸਵਈਆਂ ਦੇ ਵਿੱਚੋਂ ਅਖੀਰਲਾ ਸਵਈਆ ਜਿਹੜਾ ਹੈ 60 ਨੰਬਰ, ਉਹ ਆਪ ਜੀ ਨੇ ਮੁੱਖ ਵਾਕ ਰੂਪ ਦੇ ਅੰਦਰ ਸਿੰਘ ਸਾਹਿਬ ਜੀ ਉਹਨਾਂ ਦੇ ਪਾਸੋਂ ਸਰਵਣ ਕੀਤਾ ਹੈ, ਜਿਸ ਰਾਹੀਂ ਭੱਟ ਸੱਲ ਜੀ ਗਰੀਬ ਨਵਾਜ਼ ਸਤਿਗੁਰੂ ਜੀ ਦੀ ਵਡਿਆਈ ਉਸਤਤ ਕਰਦਿਆਂ ਹੋਇਆਂ ਬਖਸ਼ਿਸ਼ ਕਰਦੇ ਨੇ ਕਿ ਹੇ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਜੋਤ, ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਚੌਥੇ ਸਰੂਪ, ਚੌਥੇ ਨਾਨਕ, ਤੂੰ ਸਦਾ ਸਥਿਰ ਰਹਿਣ ਵਾਲਾ ਗੁਰੂ ਪਰਮੇਸ਼ਰ ਹੈ। ਭਾਵ ਕਿ ਗੁਰੂ ਤੇ ਮਾਲਕ ਦੇ ਅੰਦਰ ਕੋਈ ਭਿੰਨ ਭੇਦ ਨਹੀਂ। ਗੁਰਬਾਣੀ ਨੇ ਫੈਸਲਾ ਦਿੱਤਾ ਹੈ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਤੇ ਮਾਲਕ ਪਰਮਾਤਮਾ ਦੇ ਅੰਦਰ ਕੋਈ ਭਿੰਨ ਭੇਦ ਨਹੀਂ। ਜੋ ਮਾਲਕ ਪ੍ਰਭੂ ਪਰਮਾਤਮਾ ਹੈ, ਉਹੀ ਜੋਤ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ, ਜੋ ਸਾਹਿਬਾਂ ਨੇ ਬਚਨ ਕੀਤੇ ਨੇ ਕਿ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ।
ਭੱਟ ਸਾਹਿਬਾਨਾਂ ਨੇ ਜਿਨ੍ਹਾਂ ਤੇ ਮਾਲਕ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਇਹਨਾਂ ਦਾ ਗਿਆਨ ਰੂਪੀ ਨੇਤਰ ਜਿਹੜਾ ਖੁੱਲ ਚੁੱਕਾ ਹੈ। ਮਾਲਕ ਪ੍ਰਭੂ ਪਰਮਾਤਮਾ ਦਾ ਸਰੂਪ ਗਰੀਬ ਨਵਾਜ਼ ਸਤਿਗੁਰੂ ਜੀ ਨੂੰ ਤੱਕਦੇ ਨੇ ਤੇ ਗੁਰੂ ਨਾਨਕ ਦੇ ਘਰ ਅੰਦਰ ਆ ਕਰਕੇ ਜੋ ਪਾਵਨ ਵਡਿਆਈਆਂ ਤੇ ਬਖਸ਼ਿਸ਼ਾਂ ਨੂੰ ਤੱਕਿਆ, ਉਹਨਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀਆਂ ਬਖਸ਼ਿਸ਼ਾਂ ਰਹਿਮਤਾਂ ਨੂੰ ਉਹਨਾਂ ਸਵਈਆਂ ਦੇ ਅੰਦਰ ਉਚਾਰਨ ਕੀਤਾ ਜੀ। ਭੱਟ ਸਾਹਿਬਾਨਾਂ ਨੇ ਮਾਲਕ ਦੇ ਘਰ ਦੀ ਵਡਿਆਈ ਕੀਤੀ, ਕੀਰਤੀ ਕੀਤੀ ਤੇ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਦੀ ਕੀਰਤੀ ਵਡਿਆਈ ਕਰਦਿਆਂ ਕਰਦਿਆਂ ਭੱਟ ਸਾਹਿਬਾਨ ਜੀ ਆਖਦੇ ਨੇ, ਤੂੰ ਸਤਿਗੁਰ ਚਾਹੋਂ ਜੁਗੀ, ਆਪ ਆਪੇ ਪਰਮੇਸ਼ਰ। ਹੈ ਗੁਰੂ ਰਾਮਦਾਸ ਮਹਾਰਾਜ, ਤੂੰ ਸਦਾ ਰਹਿਣ ਵਾਲਾ, ਚੌਹਾਂ ਯੁੱਗਾਂ ਦੇ ਵਿੱਚ ਗੁਰੂ ਸਰੂਪ ਪਰਮਾਤਮਾ ਸਰੂਪ ਹੈ, ਭਾਵ ਕਿ ਸਦਾ ਸਥਿਰ ਰਹਿਣ ਵਾਲਾ ਹੈ। ਮਾਲਕ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਦੀ ਦਾਤ ਵਾਲਾ ਹੈ। ਤੇ ਉਸੇ ਮਾਲਕ ਪ੍ਰਭੂ ਪਰਮਾਤਮਾ ਦਾ ਸਰੂਪ ਸਤਿਗੁਰੂ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੇ ਬਖਸ਼ਿਸ਼ ਦਿੱਤੀ ਹੈ ਆਪਣੇ ਸੇਵਕ ਭਾਈ ਲੈਣਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ, ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਸੇਵਕ ਬਾਬਾ ਅਮਰਦਾਸ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸੇ ਤਰ੍ਹਾਂ ਦਾਤ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਨੂੰ ਬਖਸ਼ਿਸ਼ ਕੀਤੀ। ਤੇ ਇਹਨੂੰ ਗੁਰੂ ਕੇ ਰਬਾਬੀਏ ਕਹਿੰਦੇ ਨੇ, ਕਹਿੰਦੇ ਵੀ ਇਹ ਕੇਵਲ ਤੇ ਕੇਵਲ ਇੱਕ ਸਰੀਰ ਦਾ ਬਦਲਾਅ ਹੈ। ਜੋਤ ਉਹੀ ਹੈ, ਵਰਤਨ ਦਾ ਢੰਗ ਵੀ ਉਹੀ ਹੈ, ਬਸ ਕੇਵਲ ਸਰੀਰ ਦਾ ਬਦਲਾ ਰਿਹਾ। ਗੁਰੂ ਨਾਨਕ ਨਹੀਂ ਬਦਲਿਆ, ਗੁਰੂ ਨਾਨਕ ਉਹੀ ਹੈ। ਗੁਰੂ ਕੇ ਰਬਾਬੀਏ ਬਚਨ ਕਰਦੇ ਨੇ ਕਿ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਕਹਿਣ ਲੱਗੇ ਕੇਵਲ ਕਾਇਆ ਦਾ ਸਰੀਰ ਦਾ ਬਦਲਾਅ ਹੈ, ਜੋਤ ਵੀ ਉਹੀ ਹੈ ਤੇ ਵਰਤਨ ਜੁਗਤ ਦਾ ਢੰਗ ਵੀ ਉਹੀ ਹੈ। ਗੁਰੂ ਨਾਨਕ ਅੰਦਰ ਧੰਨ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਦਰ ਕੋਈ ਅੰਤਰ ਨਹੀਂ, ਇੱਕ ਸਰੂਪ ਇੱਕ ਜੋਤ ਹਨ, ਉਹੀ ਜੋਤ ਨੇ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਅੰਦਰ ਭੱਟ ਸਾਲ ਜੀ ਕਹਿੰਦੇ ਨੇ, ਮਾਲਕਾ ਤੂੰ ਚੌਹਾਂ ਯੁੱਗਾਂ ਦੇ ਵਿੱਚ ਸਦਾ ਲਈ ਗੁਰੂ ਹੈ, ਭਾਵ ਚੌਹਾਂ ਜੱਗਾਂ ਦੇ ਅੰਦਰ ਤੂੰ ਹੀ ਵਰਤਦਾ ਆਏ। ਜਿਵੇਂ ਭੱਟਾਂ ਨੇ ਹੋਰ ਬਚਨ ਕਹੇ ਨੇ ਕਿ ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ, ਰਾਮ ਰਗਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦਿਓ, ਕਲਯੁਗ ਪ੍ਰਮਾਣ ਨਾਨਕ ਗੋਰ ਅੰਗਦ ਅਮਰ ਕਹਾਇਓ, ਸ੍ਰੀ ਗੁਰ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਮਾਲਕਾ ਤੂੰ ਆਦ ਪੁਰਖ ਹੈ, ਮਾਲਕਾ ਤੂੰ ਆਦ ਤੋਂ ਮਾਲਕ ਪ੍ਰਭੂ ਪਰਮਾਤਮਾ ਦੀ ਜੋਤ ਸਤਿਗੁਰੂ ਹੈ। ਤੇਰੇ ਅੰਦਰ ਤੇ ਪਰਮਾਤਮਾ ਦੇ ਅੰਦਰ ਕੋਈ ਭਿੰਨ ਭੇਦ ਨਹੀਂ। ਜਿਵੇਂ ਕਹੀਏ ਕਿ ਸੰਸਾਰ ਦੇ ਅੰਦਰ ਕੋਈ ਰਾਜਾ ਹੈ ਤੇ ਉਹ ਰਾਜਾ ਜਿਹੜੇ ਜਦੋਂ ਸਭਾ ਦੇ ਵਿੱਚ ਆਵੇ ਉਹਦੀ ਪੁਸ਼ਾਕ ਕੋਈ ਹੋਰ ਹੁੰਦੀ ਹੈ, ਉਹੀ ਰਾਜਾ ਜਦੋਂ ਆਪਣੇ ਮਹਿਮਾਨ ਖਾਨੇ ਵਿੱਚ ਬੈਠਦਾ ਉਹਦੀ ਪੁਸ਼ਾਕ ਕੋਈ ਹੋਰ ਹੁੰਦੀ ਹੈ, ਉਹੀ ਰਾਜਾ ਜਦੋਂ ਆਪਣੇ ਰਸੋਈ ਘਰ ਦੇ ਅੰਦਰ ਜਾਂਦੇ ਉਹਦੀ ਪੁਸ਼ਾਕ ਕੋਈ ਹੋਰ ਹੁੰਦੀ ਹੈ। ਪਰ ਭਾਵੇਂ ਪੁਸ਼ਾਕਾਂ ਕਿੰਨੀਆਂ ਵੀ ਰਾਜਾ ਬਦਲ ਲਵੇ ਜੀ, ਪਰ ਉਸ ਰਾਜੇ ਦੇ ਵਿੱਚ ਕੋਈ ਬਦਲਾਅ ਨਹੀਂ ਆਉਂਦਾ, ਰਾਜਾ ਇੱਕੋ ਹੀ ਹੈ ਤੇ ਉਹ ਹੀ ਰਹਿੰਦਾ। ਇਸੇ ਤਰ੍ਹਾਂ ਇਹ ਸਰੀਰਾਂ ਦੇ ਬਦਲਾਅ ਹੋਏ ਨੇ ਜੀ। 10 ਜਾਮਿਆਂ ਅੰਦਰ ਗੁਰੂ ਨਾਨਕ ਦੀ ਜੋਤ ਵਰਤੀ ਹੈ ਤੇ 10 ਜਾਮਿਆਂ ਅੰਦਰ ਗੁਰੂ ਨਾਨਕ ਦੀ ਜੋਤ ਉਹੀ ਰਹੀ ਹੈ, ਕੇਵਲ ਸਰੀਰ ਰੂਪੀ ਪੁਸ਼ਾਕੇ ਬਦਲਦੇ ਰਹੇ ਨੇ, ਸਰੀਰ ਰੂਪੀ ਜਾਮਾ ਬਦਲੇ ਹੈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭੱਟ ਸਾਹਿਬਾਨ ਜੀ ਕਹਿੰਦੇ, ਮਾਲਕਾ ਤੂੰ ਆਦ ਤੋਂ ਲੈ ਕੇ ਚੌਹਾਂ ਯੁੱਗਾਂ ਦੇ ਅੰਦਰ, ਭਾਵ ਕਿ ਸਤਿਯੁਗ ਦੇ ਅੰਦਰ, ਤ੍ਰੇਤੇ ਦੇ ਅੰਦਰ, ਦੁਆਪਰ ਦੇ ਅੰਦਰ ਤੇ ਹੁਣ ਕਲਯੁਗ ਦੇ ਵਿੱਚ ਵੀ ਮਾਲਕਾ ਤੂੰ ਆਪ ਹੀ ਆਪ ਹੈ।
तू परमेश्वर रूप है, परमात्मा स्वरूप है। सुर नार साधिक सिद्ध, सिख सेवंत तुर है तुर। हे गुरु रामदास महाराज सतगुरु, तैनू देवते भी, तैनू मनुख भी, तैनू साधना करन वाले जोगी भी, साधना दे विच पुगे हुए जोगी भी, अते तेरे सिख मालका धुरों तो तैनू सिमरदे आ रहे ने, तैनू चेते करदे आ रहे ने, तेरियां वडियाइयां करदे आ रहे ने। गुरु रामदास महाराज, ये सारे जीव तैनू ते आउंदे ने, तैनू सिमरदे ने, तेरियां वडियाइयां करदे ने। क्यों? गुरु रामदास महाराज जी का घर ऐसा है जी, जिस घर दे अंदर चौहां वर्णां नूं सांझा उपदेश है। खत्री ब्राह्मण सूद वैस उपदेश चौं वर्णा को सांझा। गुरमुख नाम जपै उधरै सो काल में, घट घट नानक मांझा। गुरु रामदास महाराज जी दे घर विच एक दिन दी कीती हुई सेवा, एक दिन भी भावना दे नाल गुरु रामदास महाराज जी नूं सिमरिया होया लोक ते परलोक भी सवार दिंदा है। क्यों ना ऐसे धन गुरु गुरु रामदास महाराज जी दियां जी वडियाइयां दे विच जुड़ना। कदी धन गुरु गुरु रामदास महाराज जी दे घर दी सेवा चल रही सी जी, ते गुरु रामदास महाराज जी दे घर दी सेवा करदियां होइयां गुरु की संगत, गुरु के प्यारे बड़ी भावना दे नाल, बहुत प्यार दे नाल सेवा कर रहे ने। बहुत निष्काम सेवक गुरु की सेवा दे विच लगे हुए सरोवरां दी, गुरु पातशाह महाराज जी दी नगरी दी। ते इस सेवा दे दौरान चलदियां चलदियां पातशाह ने बहुत सारे मेहनती ते मजदूर जीव भी इन्हां सेवावां दे विच लाए, ਜਿਹੜੇ सेवा करते ने सवेर तो लैके शाम तक, ते संध्या दे समय कुछ उन्हां नूं दिहाड़ी भी प्राप्त हुंदी। एक मुसलमान जाति दा भाई नूरा, उसने सुनिया कि गुरु रामदास महाराज जी दे घर विच सेवावां चल रहीआं ने, ते उन्हां सेवावां दे विच जिथे निष्काम सेवक ने, उत्थे बहुत सारे मेहनती ते मजदूर लोक भी ने। इन्हें गुरु रामदास महाराज जी दे घर आके नमस्कार कीती, सतगुरु जी दे चरणां दे विच बेनती कीती। कहण लगे, पातशाह मेरे घर विच गरीबी बड़ी है, ते मालका मैं अपना एक पशु खुती लै करके ते ओदे द्वारा कुछ भाड़ा ढोना है, ओदे नाल 2-4 पैसे मिलदे, घर दा गुजारा चलदा है। ते मालका कदी ओ दिहाड़ी मिल गई, कदी ना मिल गई, पता नहीं कदों मिलनी है कदों नहीं मिलनी। ते जे तुहाडी आग्या होवे ते मालका इस घर दे सेवा दे विच लग जावां, मैनूं 2-4 पैसे दिहाड़ी दे मिलणगे, ते गरीब नवाज सतगुरु मेरे घर दा गुजारा चलन लग जाएगा। हुण देखो, जिहड़े मेहनती मजदूर जीव ने जी, एक हुंदा जी उन्हां नूं जदों दिहाड़ी मिलदी है ते असीं उहदे पैसे मुकर्रर कीते होए ने, ते उन्हां दियां कई दिहाड़ियां जिहड़ियां ने टुट जांदियां ने, कई वारी नहीं लगदियां, छुट्टियां हो जांदियां ने। ते जे किते उन्हां नूं लगातार दिहाड़ी दा काम मिल जाए ते 2-4 पैसे घट ते भी काम करन नूं तैयार हुंदे ने कि मैनूं लगातार जिहड़ी है वो मेहनत मिल जानी है जी। हुण अज गुरु बाबे दी आग्या लै करके इस भाई नूरे ने साहिब दे घर दे विच सेवा आरंभी है। ये आमियां तो इट्टां लै लै के जी ਉਹ ਆਪਣੀ ਖੋਤੀ ਤੇ ਲੱਦ ਕੇ ਲਿਆਉਂਦਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਸੇਵਾ ਦੇ ਵਿੱਚ ਲਿਆ ਕਰਕੇ ਪਾ ਦਿੰਦਾ ਜੀ। ਤੇ ਗੁਰੂ ਕੀ ਸੰਗਤ ਨੂੰ ਦੇਖਦਾ ਹੈ, ਗੁਰੂ ਕੀ ਸੰਗਤ ਸੇਵਾ ਕਰਦੀ ਹੈ, ਨਾਲੇ ਜਪਦੀ ਹੈ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਗੁਰੂ ਕੀ ਸੰਗਤ ਸੇਵਾ ਕਰਦੀ ਹੈ, ਨਾਲੇ ਗੁਰੂ ਕੇ ਸੇਵਕ ਆਪਣੇ ਘਰਾਂ ਦੇ ਵਿੱਚੋਂ 10 ਨੌਵਾਂ ਦੀ ਕਿਰਤ ਦੇ ਵਿੱਚੋਂ ਦਸਵੰਧ ਦੀ ਭੇਟਾ ਲਿਆ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਨੇ ਜੀ। ਕਈ ਗੁਰੂ ਕੇ ਐਸੇ ਸੇਵਕ ਦੇਖੇ ਜਿਹੜੇ ਘਰ ਤੋਂ ਕੁਝ ਭੋਜਨ ਆਪਣੇ ਨਾਲ ਲੈ ਕੇ ਆਉਂਦੇ, ਸਾਰਾ ਦਿਨ ਸੇਵਾ ਕਰਦੇ ਤੇ 2 ਪ੍ਰਸ਼ਾਦੇ ਜਿਹੜੇ ਉਹੀ ਛਕਦੇ ਜਿਹੜੇ ਘਰ ਤੋਂ ਲੈ ਕੇ ਆਉਂਦੇ। ਬੜਾ ਹੈਰਾਨ ਹੁੰਦਾ ਦੇਖ ਕੇ, ਧੰਨ ਗੁਰੂ ਕੇ ਪਿਆਰੇ, ਧੰਨ ਗੁਰੂ ਕੇ ਸਿੱਖ।
ਕਿ ਇਹ ਮਿਹਨਤ ਵੀ ਕੋਈ ਨਹੀਂ ਲੈਂਦੇ, ਮਜ਼ਦੂਰੀ ਕੋਈ ਨਹੀਂ ਲੈਂਦੇ, ਸਾਰਾ ਦਿਨ ਸੇਵਾ ਕਰਦੇ ਨੇ। ਇੱਥੋਂ ਤੱਕ ਕਿ ਕਈ ਆਪਣੇ ਘਰਾਂ ਵਿੱਚੋਂ 2 ਪ੍ਰਸ਼ਾਦੇ ਵੀ ਉਹ ਛਕਣ ਵਾਸਤੇ ਆਪ ਲੈ ਕੇ ਆਉਂਦੇ ਨੇ। ਕੋਈ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਦੀ ਭੇਟਾ ਅਰਪਣ ਕਰ ਰਿਹਾ ਹੈ। ਤੇ ਸਭ ਤੋਂ ਵੱਡੀ ਇਹਨੂੰ ਹੈਰਾਨਗੀ ਉਦੋਂ ਹੁੰਦੀ ਸੀ ਜਦੋਂ ਸ਼ਾਮ ਨੂੰ ਦਿਹਾੜੀ ਦੇ ਪੈਸੇ ਲੈਣ ਆਉਂਦਾ ਸੀ ਨਾ ਜੀ, ਉਦੋਂ ਇੱਕ ਪਾਸੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਹੁੰਦੇ ਸਨ ਤੇ ਦੂਜੇ ਪਾਸੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਪ। ਤੇ ਜਿਸ ਪਾਸੇ ਬਾਬਾ ਬੁੱਢਾ ਜੀ ਸਨ, ਉਹਨਾਂ ਦੇ ਸਾਹਮਣੇ ਜਿਹੜੀ ਲਾਈਨ ਲੱਗੀ ਹੁੰਦੀ ਸੀ ਜੀ, ਉਹ ਮਿਹਨਤੀ ਮਜ਼ਦੂਰਾਂ ਦੀ। ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਦਿਹਾੜੀ ਦੇ ਪੈਸੇ ਦਿੰਦੇ ਹੁੰਦੇ ਸਨ। ਤੇ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਾਹਮਣੇ ਲਾਈਨ ਵਿੱਚ ਖੜੇ ਹੋਣੇ, ਉਹ ਪਿਆਰ ਵਾਲੇ, ਭਾਵਨਾ ਵਾਲੇ, ਗੁਰੂ ਕੀ ਬਖਸ਼ਿਸ਼ ਲੈਣ ਵਾਲੇ ਸਨ। ਉਹ ਮਿਹਨਤੀ ਮਜ਼ਦੂਰ ਨਹੀਂ, ਉਹ ਨਿਸਕਾਮ ਸੇਵਕ ਸਨ, ਜਿਹੜੇ ਗੁਰੂ ਘਰ ਦੀ ਰਹਿਮਤ ਵਰਤਦੀ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ ਪਿਆਰਿਓ, ਫਿਰ ਗੁਰੂ ਕੀ ਸੰਗਤ ਵਿੱਚ ਜਦੋਂ ਜੀਵ ਆਏ ਨਾ ਜੀ, ਤੇ ਇੱਥੇ ਰਹਿਮਤ ਵਰਤਦੀ ਹੈ। ਰੰਗ ਲਾਗਤ 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 ਹੈ, ਭ੍ਰਮ ਭਾਗਤ 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 ਹੈ। ਗੁਰੂ ਕੀ ਸੰਗਤ ਜਿਵੇਂ ਜਿਵੇਂ ਜੀਵ ਕਰਦਾ, ਰੰਗ ਲੱਗਦਿਆਂ ਲੰਘ ਜਾਂਦਾ ਹੈ। ਇਹ ਸੁਭਾਵਿਕ ਹੈ। ਜੈਸਾ ਸੇਵਾ ਹੈ ਤੈਸਾ ਹੋਵੇ। ਜਿਉਂ ਜਿਹਨੂੰ ਸਿਮਰਦੇ ਆ, ਸੰਗਤ ਕਰਦੇ ਆ, ਸੁਭਾਵਿਕ ਹੈ ਸਾਡਾ ਜੀਵਨ ਵੀ ਉਹੋ ਜਿਹਾ ਹੋ ਜਾਂਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਆਵਾਂਗੇ ਤੇ ਗੁਰੂ ਕੇ ਨਾਮ ਦਾ ਰੰਗ ਲੱਗੇਗਾ। ਭੈੜੀ ਸੰਗਤ ਵਿੱਚ ਜਾਵਾਂਗੇ ਤੇ ਉੱਥੇ ਭੈੜੀ ਸੰਗਤ ਦਾ ਰੰਗ ਲੱਗੇਗਾ ਜੀ। ਉੱਥੇ ਫਿਰ ਨਸ਼ਿਆਂ ਦਾ ਰੰਗ ਲੱਗਦਾ ਹੈ, ਉੱਥੇ ਚੋਰੀ ਵਿਕਾਰੀ ਦਾ ਰੰਗ ਲੱਗਦਾ ਹੈ, ਪਰ ਗੁਰੂ ਦੇ ਘਰ ਵਿੱਚ ਆ ਕਰਕੇ ਨਾਮ ਦਾ ਰੰਗ ਲੱਗਦਾ ਹੈ। ਇਹਦੇ ਅੰਦਰ ਭਾਵਨਾ ਬਣੀ ਕਿ ਮੈਂ ਤੇ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਤੇ ਗੁਰੂ ਦੇ ਘਰ ਵਿੱਚ ਕੁਝ ਭੇਟਾ ਕਰਨਾ ਹੋਵੇ ਤੇ ਕੀ ਕਰਾਂ। ਤੇ ਮਨ ਵਿੱਚ ਖਿਆਲ ਆਇਆ ਜੀ, ਵਿਚਾਰ ਕਰਦਿਆਂ ਵੀ ਜੇ ਬਹੁਤਾ ਨਹੀਂ ਤੇ 10 ਦਿਹਾੜੀਆਂ ਦੇ ਵਿੱਚੋਂ ਇੱਕ ਦਿਹਾੜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੇਖੇ ਲਾ ਦਿਆ ਕਰਾਂ, ਉਹਦੇ ਪੈਸੇ ਨਹੀਂ ਲਵਾਂਗਾ ਜੀ। ਇਹਨੇ ਇਸੇ ਤਰ੍ਹਾਂ ਕਾਰ ਆਰੰਭ ਦਿੱਤੀ। 9 ਦਿਹਾੜੀਆਂ ਦੇ ਪੈਸੇ ਲੈਣ ਲੱਗ ਪਿਆ ਜੀ। ਤੇ 10ਵੇਂ ਦਿਨ ਦੀ ਦਿਹਾੜੀ ਜਿਹੜੀ ਸੀ, ਉਹਦੇ ਪੈਸੇ ਨਾ ਲੈਣੇ, ਉਹ ਗੁਰੂ ਦੇ ਲੇਖੇ ਲਾ ਦੇਣੇ। ਕੁਝ ਸਮਾਂ ਇਸੇ ਤਰ੍ਹਾਂ ਗੁਜ਼ਰਿਆ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਦੇ ਸਨਮੁਖ ਲਾਈਨ ਦੇ ਵਿੱਚ ਖੜਾ ਹੋਇਆ ਜੀ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਨੇੜੇ ਆਇਆ ਨਾ ਆਪਣੀ ਵਾਰੀ ਦੇ ਅਨੁਸਾਰ, ਤੇ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਦੇਖ ਕੇ ਪੁੱਛਦੇ ਨੇ, ਕਹਿਣ ਲੱਗੇ, ਬਜ਼ੁਰਗਾ ਤੇਰੇ ਘਰ ਦੀ ਗਰੀਬੀ ਕੱਟੀ ਗਈ? ਕਹਿਣ ਲੱਗੇ, ਤੂੰ ਦਿਹਾੜੀ ਨਹੀਂ ਲੈਂਦਾ, ਤੂੰ ਮਜ਼ਦੂਰੀ ਨਹੀਂ ਪ੍ਰਾਪਤ ਕਰਦਾ, ਇਸ ਲਾਈਨ ਵਿੱਚ ਕਿਉਂ ਖੜਾ ਹੈ? ਮਜ਼ਦੂਰਾਂ ਦੀ ਲਾਈਨ, ਮਿਹਨਤੀਆਂ ਦੀ ਲਾਈਨ ਜਿਹੜੀ ਉਹ ਤੇ ਪਰਲੇ ਪਾਸੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਹੈ, ਤੇ ਇਸ ਲਾਈਨ ਦੇ ਵਿੱਚ ਤੂੰ ਕਿਉਂ ਖੜਾ ਹੈ? ਕਹਿਣ ਲੱਗਾ, ਮਾਲਕਾ ਅੱਜ ਮੈਂ ਮਿਹਨਤ ਮਜ਼ਦੂਰੀ ਲੈਣ ਵਾਸਤੇ ਨਹੀਂ ਆਇਆ, ਅੱਜ ਮਾਲਕਾ ਤੁਹਾਡਾ ਪਿਆਰ ਚਾਹੀਦਾ ਹੈ, ਮਾਲਕਾ ਤੁਹਾਡੀ ਬਖਸ਼ਿਸ਼ ਚਾਹੀਦੀ ਹੈ, ਤੁਹਾਡੀ ਰਹਿਮਤ ਚਾਹੀਦੀ ਹੈ। ਕਹਿਣ ਲੱਗੇ, ਅੱਜ ਦਿਹਾੜੀ ਵਾਲਾ ਕੰਮ ਨਹੀਂ ਕੀਤਾ? ਕਹਿਣ ਲੱਗੇ, ਨਹੀਂ ਮਾਲਕਾ, ਅੱਜ ਇਸ ਲਾਈਨ ਦੇ ਵਿੱਚ ਤਾਂ ਖੜਾ ਹੋਇਆ, ਅੱਜ ਦੀ ਦਿਹਾੜੀ ਤੁਹਾਡੇ ਲੇਖੇ ਸੀ ਤੇ ਅੱਜ ਭਾਵਨਾ ਬਣੀ ਹੈ ਮੈਂ ਤੁਹਾਡਾ ਪਿਆਰ ਲੈ ਕੇ ਜਾਵਾਂ। ਸਭ ਤੋਂ ਵੱਡੀ ਬਖਸ਼ਿਸ਼ ਜੇ, ਜਿਹਨੂੰ ਗੁਰੂ ਦਾ ਥਾਪੜਾ ਮਿਲ ਗਿਆ, ਗੁਰੂ ਦਾ ਪਿਆਰ ਮਿਲ ਗਿਆ, ਗੁਰੂ ਦਾ ਮਿਹਰ ਭਰਿਆ ਸਿਰ ਤੇ ਹੱਥ ਆ ਗਿਆ। ਮਾਲਕ ਕਿਰਪਾ ਕਰਦਾ, ਰਹਿਮਤ ਕਰਦਾ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਮਾਲਕ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਵੇ, ਜੀਵਨ ਦੇ ਵਿੱਚੋਂ ਸਾਰੀਆਂ ਹੀ ਬੁਰਾਈਆਂ ਦੂਰ ਕਰ ਦਿੰਦਾ ਹੈ। ਮਾਲਕ ਜੀਵਨ ਦੇ ਵਿੱਚ ਨਾਮ ਦਾ ਰੰਗ ਭਰ ਦਿੰਦਾ ਹੈ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿੰਘਾਸਨ ਤੋਂ ਉੱਠ ਕੇ ਨਾ ਜੀ ਇਸ ਬਜ਼ੁਰਗ ਨੂੰ ਆਪਣੀ ਗਲ ਵਕੜੀ ਵਿੱਚ ਲੈ ਲਿਆ। ਗੁਰੂ ਬਾਬੇ ਨੇ ਘੁੱਟ ਕੇ ਆਪਣੀ ਛਾਤੀ ਨਾਲ ਲਾਇਆ ਤੇ ਸਤਿਗੁਰੂ ਜੀ ਕਹਿਣ ਲੱਗੇ, ਬਜ਼ੁਰਗਾ ਤੇਰੇ ਜਨਮਾਂ ਜਨਮਾਂਤਰਾਂ ਦੀਆਂ ਗਰੀਬੀਆਂ ਕੱਟੀਆਂ। ਕਹਿਣ ਲੱਗੇ, ਤੈਨੂੰ ਸਿੱਖੀ ਦਾਨ ਦਿੱਤਾ, ਤੇਰਾ ਲੋਕ ਪਰਲੋਕ ਸਵਾਰਿਆ। ਗੁਰੂ ਬਾਬੇ ਨੇ ਐਸੀਆਂ ਰਹਿਮਤਾਂ ਦਿੱਤੀਆਂ, ਐਸੀਆਂ ਬਖਸ਼ਿਸ਼ਾਂ ਭਰਿਆ ਮੀਂਹ ਵਰਸਾਇਆ। ਇਹ ਗੁਰੂ ਬਾਬੇ ਦੇ ਕੋਲੋਂ ਇਹ ਰਹਿਮਤਾਂ ਲੈ ਕਰਕੇ ਜਦੋਂ ਤੁਰ ਪਿਆ ਨਾ ਜੀ ਘਰ ਨੂੰ, ਤੇ ਗੁਰੂ ਦਰਬਾਰ ਤੋਂ ਬਾਹਰ ਆਇਆ
ਤੇ ਬਾਹਰ ਆ ਕਰਕੇ ਜਿੱਥੇ ਆਪਣਾ ਇਹਨੇ ਪਸ਼ੂ ਬੱਧਾ ਹੋਇਆ ਸੀ, ਜਦੋਂ ਖੋਲ ਕੇ ਤੁਰਨ ਲੱਗਾ, ਫਿਰ ਇੱਕਦਮ ਇਹਨੂੰ ਵਿਚਾਰ ਆਈ। ਉਸੇ ਵੇਲੇ ਇਹਨੇ ਆਪਣਾ ਪਸ਼ੂ ਫਿਰ ਬੰਨ ਕੇ ਸਾਹਿਬਾਂ ਵੱਲ ਵਾਪਸ ਦੌੜਿਆ। ਸਤਿਗੁਰੂ ਜੀ ਉੱਠ ਕੇ ਉਦੋਂ ਪਰਿਕਰਮਾ ਵਾਲੇ ਪਾਸੇ ਤੁਰੇ ਆ ਰਹੇ ਸਨ। ਇਹ ਦੌੜ ਕੇ ਆਇਆ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਹੱਥ ਜੋੜ ਕੇ ਖੜਾ ਹੋ ਗਿਆ। ਸਤਿਗੁਰੂ ਕਹਿਣ ਲੱਗੇ, ਹਾਂ ਭਾਈ ਨੂਰਿਆ, ਫਿਰ ਆ ਗਏ ਹੈ, ਕੋਈ ਹੋਰ ਮੰਗ ਰਹਿ ਗਈ? ਕਹਿਣ ਲੱਗਾ, ਪਾਤਸ਼ਾਹ ਤੁਹਾਡੀਆਂ ਬਖਸ਼ਿਸ਼ਾਂ ਬੜੀਆਂ ਮੈਨੂੰ ਮਿਲੀਆਂ, ਬੜੀਆਂ ਤੁਸੀਂ ਮੈਨੂੰ ਬਖਸ਼ਿਸ਼ਾਂ ਦਿੱਤੀਆਂ, ਪਰ ਇੱਕ ਮੰਗ ਮੇਰੀ ਹੋਰ ਹੈ। ਸਤਿਗੁਰੂ ਕਹਿਣ ਲੱਗੇ, ਕੀ? ਕਹਿੰਦੇ, ਮਾਲਕਾ ਤੇਰੇ ਘਰ ਦੀ ਇੱਕ ਦਿਹਾੜੀ ਮੈਂ ਤੇਰੇ ਲੇਖੇ ਲਾਈ, ਇੱਕ ਦਿਨ ਦੀ ਮਿਹਨਤ ਤੁਹਾਡੇ ਲੇਖੇ ਲਾਈ, ਤੁਸੀਂ ਮੈਨੂੰ ਬਖਸ਼ਿਸ਼ਾਂ ਦਿੱਤੀਆਂ, ਰਹਿਮਤਾਂ ਦਿੱਤੀਆਂ। ਮਾਲਕਾ ਮੈਨੂੰ ਰਹਿਮਤ ਦਿੱਤੀ ਵੀ ਤੇਰੀਆਂ ਗਰੀਬੀਆਂ ਕਟੀਆਂ, ਤੈਨੂੰ ਸਿੱਖੀ ਦਾਨ ਦਿੱਤਾ, ਤੇਰਾ ਲੋਕ ਪਰਲੋਕ ਸਵਾਰਿਆ। ਤੇ ਹੇ ਗੁਰੂ ਰਾਮਦਾਸ ਮਹਾਰਾਜ, ਜਿਹੜਾ ਮੇਰਾ ਪਸ਼ੂ ਹੈ ਨਾ, ਜਿਸ ਖੋਤੀ ਦੇ ਨਾਲ ਮੈਂ ਇਹ ਪਹਾੜਾ ਢੋਂਦਾ ਰਿਹਾ, ਉਹਨੂੰ ਨਾਲ ਲੈ ਕਰਕੇ ਮਿਹਨਤ ਕਰਦਾ ਰਿਹਾ, ਜਿਹਦੇ ਦੁਆਰਾ ਮੈਂ ਆਪਣੇ ਬੱਚਿਆਂ ਦਾ ਪੇਟ ਪਾਲਦਾ ਰਿਹਾ, ਮਾਲਕਾ ਮੇਰੇ ਤੇ ਇੱਕ ਕਿਰਪਾ ਕਰ, ਰਹਿਮਤ ਕਰ, ਮੇਰੇ ਉਹ ਪਸ਼ੂ ਦਾ ਵੀ ਭਲਾ ਕਰ ਦੇ। ਦੇਖੋ ਪਿਆਰਿਓ, ਕੋਈ ਵਿਰਲਾ ਜੀਵ ਹੁੰਦਾ ਹੈ ਜੀ ਜਿਹੜਾ ਆਪਣੇ ਪਸ਼ੂਆਂ ਦਾ ਵੀ ਭਲਾ ਮੰਗੇ, ਆਪਣੇ ਵਾਹਨਾਂ ਦਾ ਵੀ ਭਲਾ ਮੰਗੇ। ਗੁਰੂ ਨਾਨਕ ਦਾ ਸਿੱਖ ਤੇ ਸਰਬੱਤ ਦਾ ਭਲਾ ਮੰਗਦਾ ਨਾ ਜੀ। ਤੇ ਜਿਨ੍ਹਾਂ ਦੇ ਨਾਲ ਪਿਆਰਿਓ ਅਸੀਂ ਚੱਲਦੇ ਫਿਰਦੇ ਮਿਹਨਤਾਂ ਕਰਦੇ ਹਾਂ, ਕਦੇ ਉਹਨਾਂ ਦਾ ਵੀ ਭਲਾ ਮੰਗਿਆ ਕਰੀਏ। ਗੁਰੂ ਬਾਬੇ ਨੇ ਤੁਰ ਉੱਠ ਕੇ ਦਾਤ ਦਿੱਤੀ, ਕਹਿਣ ਲੱਗੇ, ਜਾ ਤੇਰੀ ਖੋਤੀ ਦਾ ਵੀ ਭਲਾ ਕੀਤਾ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਉਹਦੀ ਵੀ ਇਹ ਜੂਨ ਕੱਟੀ। ਗੁਰੂ ਬਾਬੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਿੱਤੀਆਂ ਹੋਈਆਂ। ਪਿਆਰਿਓ, ਇਹ ਉਦੋਂ ਇਹ ਮਹਾਨ ਬਖਸ਼ਿਸ਼ ਤੇ ਰਹਿਮਤ ਸਫਲੀ ਹੋਈ, ਸਾਹਮਣੇ ਆਈ, ਜਿੱਦਣ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਮਰਦ ਅਗੰਮੜੇ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬਹਾਦਰ ਸ਼ਾਹ ਨੇ ਆ ਕੇ ਨਮਸਕਾਰ ਕੀਤੀ ਸੀ ਨਾ ਜੀ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਸੀ, ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ। ਇੱਕ ਦਿਨ ਨਹੀਂ, 2 ਦਿਨ ਨਹੀਂ, ਜਿੰਨੀ ਵਾਰੀ ਗੁਰੂ ਦਰਬਾਰ ਵਿੱਚ ਆਉਂਦਾ ਰਿਹਾ, ਪਾਤਸ਼ਾਹ ਇਹੀ ਬਚਨ ਕਹਿੰਦੇ ਸਨ। ਤੇ ਇੱਕ ਦਿਨ ਇਹਨੇ ਪੁੱਛ ਲਿਆ, ਕਹਿਣ ਲੱਗੇ, ਮਾਲਕਾ ਸਾਰੀ ਸੰਗਤ ਤੁਹਾਨੂੰ ਨਮਸਕਾਰ ਕਰਦੀ ਹੈ, ਤੁਹਾਡੇ ਗੁਰਸਿੱਖ ਤੁਹਾਨੂੰ ਨਮਸਕਾਰ ਕਰਦੇ ਨੇ, ਪਰ ਜਦੋਂ ਮੈਂ ਤੁਹਾਡੇ ਅੱਗੇ ਸੀਸ ਝੁਕਾਇਆ, ਤੁਸੀਂ ਧੰਨ ਗੁਰੂ ਰਾਮਦਾਸ ਮਹਾਰਾਜ ਕਿਉਂ ਕਹਿੰਦੇ ਹੋ? ਤੇ ਸਾਹਿਬ ਨੇ ਕਿਹਾ, ਕਹਿਣ ਲੱਗੇ, ਬਹਾਦਰ ਸ਼ਾਹ, ਜਦੋਂ ਤੂੰ ਸਾਡੇ ਸਾਹਮਣੇ ਆਉਣਾ ਨਾ, ਤੇ ਚੌਥੇ ਜਾਮੇ ਦੇ ਸਮੇਂ ਵਿੱਚ ਇੱਕ ਬਜ਼ੁਰਗ ਦੀ ਗਾਥਾ ਯਾਦ ਆ ਜਾਂਦੀ ਹੈ। ਉਹੀ ਗਾਥਾ ਜਿਹੜੀ ਆਪ ਜੀ ਨੇ ਸਰਵਣ ਕੀਤੀ ਹੈ। ਕਹਿਣ ਲੱਗੇ, ਮਾਲਕਾ ਬਜ਼ੁਰਗ ਦੀ ਗਾਥਾ? ਸਾਹਿਬ ਨੇ ਉਹ ਵਾਰਤਾ ਸੁਣਾਈ। ਕਹਿਣ ਲੱਗੇ, ਮਾਲਕਾ ਠੀਕ ਹੈ, ਉਹਨੇ ਸੇਵਾ ਕੀਤੀ, ਗੁਰੂ ਰਾਮਦਾਸ ਜੀ ਦੇ ਘਰ ਤੋਂ ਦਾਤਾਂ ਪ੍ਰਾਪਤ ਕੀਤੀਆਂ, ਬਖਸ਼ਿਸ਼ਾਂ ਮਿਲੀਆਂ, ਮੇਰੇ ਨਾਲ ਉਹਦਾ ਕੀ ਸੰਬੰਧ? ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਤੇ ਉਹਨੇ ਬਖਸ਼ਿਸ਼ਾਂ ਲੈ ਲਈਆਂ, ਮੇਰੇ ਨਾਲ ਉਹਦਾ ਕੀ ਸੰਬੰਧ ਹੈ? ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਬਹਾਦਰ ਸ਼ਾਹ ਉਹ ਬਜ਼ੁਰਗ ਕੋਈ ਹੋਰ ਨਹੀਂ, ਉਹ ਬਹਾਦਰ ਸ਼ਾਹੀ ਆਖੋ ਸਤਨਾਮ। ਹੱਥ ਜੁੜ ਗਏ। ਤੇ ਪਾਤਸ਼ਾਹ ਠੀਕ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਮਿਲੀ, ਅੱਜ ਤੁਸੀਂ ਮੈਨੂੰ ਰਾਜ ਭਾਗ ਵੀ ਦਿੱਤਾ, ਮਾਲਕਾ ਮੈਨੂੰ ਤਖਤ ਦੀ ਦਾਤ ਦਿੱਤੀ, ਬਖਸ਼ਿਸ਼ਾਂ ਦਿੱਤੀਆਂ ਤੁਸਾਂ ਨੇ। ਤੇ ਗਰੀਬ ਨਵਾਜ਼ ਸਤਿਗੁਰੂ, ਫਿਰ ਜੇ ਉਹ ਗਾਥਾ ਇਸ ਤਰ੍ਹਾਂ ਹੈ ਤੇ ਮੇਰੇ ਪਸ਼ੂ ਦਾ ਕੀ ਬਣਿਆ? ਮਾਲਕਾ ਉਹਨੂੰ ਵੀ ਬਚਨ ਕੀਤਾ ਸੀ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਉਹਦਾ ਵੀ ਭਲਾ ਕੀਤਾ, ਉਹਦਾ ਕੀ ਬਣਿਆ? ਸਤਿਗੁਰੂ ਜੀ ਮੁਸਕਰਾ ਪਏ। ਕਹਿਣ ਲੱਗੇ, ਮਾਲਕਾ ਤੁਹਾਡੇ ਹੱਸਣ ਦਾ, ਮੁਸਕਰਾਉਣ ਦਾ ਕਾਰਨ? ਕਹਿਣ ਲੱਗੇ, ਅਸੇਸ ਕਰਕੇ ਆ। ਕਹਿਣ ਲੱਗੇ, ਆ ਤੇਰੀ ਬੇਗਮ ਜਿਹੜੀ ਆ, ਇਹ ਕੋਈ ਹੋਰ ਨਹੀਂ ਆ। ਕਹਿਣ ਲੱਗੇ, ਉਹੀ ਹੈ ਜਿਹਦਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਭਲਾ ਕੀਤਾ। ਪਿਆਰ ਸਹਿਤ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਪਿਆਰਿਓ, ਐਸੇ ਸਾਹਿਬਾਂ ਦੀਆਂ ਵਡਿਆਈਆਂ ਭੱਟ ਸਾਹਿਬਾਨ ਕਰਦੇ ਨੇ। ਮਾਲਕਾ ਤੂੰ 4 ਯੁੱਗਾਂ ਦੇ ਵਿੱਚ ਉਹੀ ਪਰਮੇਸ਼ਰ ਸਰੂਪ, ਤੈਨੂੰ ਦੇਵਤੇ ਵੀ, ਤੈਨੂੰ ਮਨੁੱਖ ਵੀ, ਤੈਨੂੰ ਸਾਧਨਾ ਕਰਨ ਵਾਲੇ ਜੋਗੀ ਵੀ, ਤੈਨੂੰ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਵੀ, ਮਾਲਕਾ ਤੇਰੇ ਸਿੱਖ ਵੀ ਤੈਨੂੰ ਧੁਰ ਤੋਂ ਹੀ ਸਦਾ ਆਰਾਧਦੇ ਨੇ, ਸਿਮਰਦੇ ਆ ਰਹੇ ਨੇ, ਸਦਾ ਤੇਰੀਆਂ ਜੈ ਜੈਕਾਰਾਂ ਕਰਦੇ ਆ ਰਹੇ ਨੇ, ਤੇਰੀਆਂ ਵਡਿਆਈਆਂ ਕਰਦੇ ਆ ਰਹੇ ਨੇ, ਕਿਉਂਕਿ ਤੇਰਾ ਦਰ ਘਰ ਐਸਾ ਜਿੱਥੇ ਇੱਕ ਦਿਨ ਦੀ ਸੇਵਾ ਵੀ ਕੀਤੀ ਹੋਈ ਮਾਲਕਾ ਉਹਦਾ ਲੋਕ ਤੇ ਪਰਲੋਕ ਸਵਾਰ ਦਿੰਦੀ ਹੈ।
ਧੰਨ ਗੁਰੂ ਗੁਰੂ ਰਾਮਦਾਸ ਜੀ ਦੀ ਵਡਿਆਈ ਅੰਦਰ ਪਟ ਸਾਹਿਬਾਨ ਜੀ ਕਿਰਪਾ ਕਰਦੇ ਨੇ। ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਓ ਲੋਹ। ਕਹਿਣ ਲੱਗੇ, ਹੇ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ, ਆਦ ਤੋਂ ਲੈ ਕੇ ਜੁਗਾਂ ਅੰਦਰ ਸਦਾ ਤੂੰ ਅਨਾਦ ਹੈ, ਸਦਾ ਤੂੰ ਅਨਾਦੀ ਹੈ, ਨਾਸ ਤੋਂ ਰਹਿਤ ਹੈ। ਮਾਲਕਾ ਤਿੰਨਾਂ ਲੋਕਾਂ ਦੇ ਅੰਦਰ ਤੂੰ ਆਪਣੀ ਸਤਾ ਵਰਤਾਈ ਕਲਾ ਰੱਖੀ ਹੋਈ ਹੈ। ਤਿੰਨਾਂ ਭਾਵਨਾ ਦੇ ਅੰਦਰ ਤੇਰੀ ਹੀ ਜੋਤ ਵਰਤਦੀ ਪਈ ਹੈ। ਮਾਲਕ ਕਿਰਪਾ ਕਰੇ ਜੇ ਬਖਸ਼ਿਸ਼ ਸਮਝ ਵਿੱਚ ਆ ਜਾਏ ਤੇ ਅੱਜ ਪਿਆਰਿਓ ਕੋਈ ਕਿਸੇ ਪ੍ਰਕਾਰ ਦਾ ਝਗੜਾ ਨਹੀਂ ਹੋਏਗਾ। ਝਗੜੇ ਨੇ ਸਾਡੇ ਹਉਮੈ ਦੇ, ਝਗੜੇ ਨੇ ਸਾਡੀ ਮੈਂ ਮੇਰੀ ਦੇ। ਜੇ ਸਾਰਿਆਂ ਵਿੱਚ ਮਾਲਕ ਦੀ ਜੋਤ ਹੈ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜੇ ਇਹ ਦਾਤ ਸਮਝ ਵਿੱਚ ਆ ਜਾਏ ਕੋਈ ਝਗੜਾ ਨਹੀਂ ਹੈ। ਗੁਰੂ ਦਾ ਕੋਈ ਝਗੜਾ ਨਹੀਂ, ਧਰਮ ਦਾ ਕੋਈ ਝਗੜਾ ਨਹੀਂ, ਰੱਬ ਦਾ ਕੋਈ ਝਗੜਾ ਨਹੀਂ, ਧਰਮ ਗ੍ਰੰਥਾਂ ਦਾ ਕੋਈ ਝਗੜਾ ਨਹੀਂ। ਝਗੜਾ ਹੈ ਤੇ ਸਾਡੀ ਹਉਮੈ ਮੈਂ ਮੇਰੀ ਦਾ ਝਗੜਾ ਹੈ। ਰੱਬ ਦੇ ਨਾਂ ਦਾ ਕੋਈ ਝਗੜਾ ਨਹੀਂ ਹੈ ਜੀ। ਰੱਬ ਤੇ ਇੱਕ ਹੈ, ਮਾਲਕ ਤੇ ਇੱਕ ਹੈ। ਉਹ ਤੇ ਸਦਾ ਹੀ ਸਾਰਿਆਂ ਦੇ ਵਿੱਚ ਇੱਕ ਹੀ ਦੀ ਜੋਤ ਸਮਾਈ ਹੋਈ ਹੈ। ਮਾਲਕ ਨੇ ਬਾਣੀ ਦੀ ਆਰੰਭਤਾ ਵੀ ਇੱਕ ਤੋਂ ਕੀਤੀ ਤੇ ਇਸੇ ਦੀ ਵਿਚਾਰਧਾਰਾ ਦੇ ਨਾਲ ਸਾਨੂੰ ਜੋੜਿਆ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਫਿਰ ਸਿੱਖਾ ਕਿਉਂ ਭੜਕਦਾ ਹੈ? ਜੇ ਇਹ ਗਾਥਾ ਪਿਆਰਿਓ ਮੁਗਲਾਂ ਨੂੰ, ਤੁਰਕਾਂ ਨੂੰ ਸਮਝ ਪਈ ਹੁੰਦੀ, ਪਹਾੜੀਆਂ ਨੂੰ ਇਹ ਗੱਲ ਦੀ ਸਮਝ ਪਈ ਹੁੰਦੀ ਤੇ ਮਾਲਕ ਦੇ ਨਾਲ ਕਦੀ ਬਿਨਾਂ ਕਾਰਨ ਤੋਂ ਝਗੜੇ ਨਾ ਉਠਾਉਂਦੇ, ਕਦੀ ਬਿਨਾਂ ਕਾਰਨ ਤੋਂ ਧਰੋਹ ਨਾ ਕਰਦੇ, ਕਿਤੇ ਬਿਨਾਂ ਕਾਰਨ ਤੋਂ ਗੁਰੂ ਕੇ ਸਾਹਿਬਜ਼ਾਦਿਆਂ ਦੇ ਉੱਪਰ ਤਸੱਦਰ ਨਾ ਢਾਉਂਦੇ। ਗਰੀਬ ਨਵਾਜ਼ ਸਤਿਗੁਰੂ ਜੀ ਨੇ ਇਹ ਤੇ ਸਾਡੇ ਤੇ ਕਿਰਪਾ ਕੀਤੀ। ਗੁਰੂ ਨਾਨਕ ਦਾ ਘਰ ਪਿਆਰਿਓ ਪੱਥਰ ਖਾ ਕੇ ਵੀ, ਧੱਕੇ ਖਾ ਕੇ ਵੀ, ਬੁਰੇ ਭਲੇ ਬੋਲ ਸੁਣ ਕੇ ਵੀ, ਫਿਰ ਵੀ ਸਮੁੱਚੇ ਜਗਤ ਦਾ ਭਲਾ ਮੰਗਦੇ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿਤੈ ਲਿਓ ਉਬਾਰ। ਗੁਰੂ ਨਾਨਕ ਨੂੰ ਪਿਆਰਿਓ ਜਗਤ ਨੇ ਕੀ ਨਹੀਂ ਬੋਲ ਕਬੋਲ ਕੀਤੇ। ਗੁਰੂ ਨਾਨਕ ਨੂੰ ਜਗਤ ਨੇ ਪੱਥਰ ਵੀ ਮਾਰੇ ਨੇ, ਗੁਰੂ ਬਾਬੇ ਨੂੰ ਧੱਕੇ ਵੀ ਮਾਰੇ ਨੇ। ਇੱਥੋਂ ਤੱਕ ਕਿ ਗੁਰੂ ਨਾਨਕ ਦੇ ਘਰ ਦੇ ਅੰਦਰ ਇਹ ਨਾਮ ਦੀਆਂ ਦਾਤਾਂ ਵਰਤਾਉਂਦਿਆਂ ਵਰਤਾਉਂਦਿਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਤੱਤੀ ਤਵੀ ਤੇ ਵੀ ਬੈਠਣਾ ਪਿਆ, ਉਬਲਦੀ ਦੇਗ ਦੇ ਵਿੱਚ ਉਬਾਲਾ ਵੀ ਖਾਣਾ ਪਿਆ, ਸੀਸ ਤੇ ਤੱਤੀ ਰੇਤਾ ਵੀ ਪਈ ਹੈ। ਪਰ ਫਿਰ ਵੀ ਮਾਲਕ ਕਹਿੰਦੇ ਨੇ ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਗੁਰੂ ਨਾਨਕ ਦਾ ਘਰ ਕਿੰਨਾ ਬਖਸ਼ਣ ਤੇ ਕਿੰਨਾ ਦਿਆਲ ਵਾਲਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦਾ, ਗੁਰੂ ਨਾਨਕ ਦਾ ਘਰ ਕਿੰਨਾ ਦਿਆਲੂ ਤੇ ਕਿਰਪਾਲੂ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਦਰ ਕਿੰਨਾ ਕਿਰਪਾਲੂ ਤੇ ਦਿਆਲੂ ਹੈ। ਇਸ ਘਰ ਦੇ ਵਿੱਚ ਪਿਆਰਿਓ ਸਾਡੇ ਢਹਿਣ ਵਾਸਤੇ ਦੇਰੀ ਲੱਗਦੀ ਹੈ। ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਬਖਸ਼ਣ ਲੱਗਿਆ ਕੋਈ ਦੇਰੀ ਨਹੀਂ ਲੱਗਦੀ। ਬਸ ਭਲਿਆ ਤੂੰ ਢਹਿਣ ਦੇ ਵਿੱਚ ਮਾਲਕ ਦੇ ਚਰਨਾਂ ਦੇ ਵਿੱਚ ਆ, ਆਪਣੀਆਂ ਭੁੱਲਾਂ ਬਖਸ਼ਾਉਣ ਵਾਸਤੇ ਗੁਰੂ ਦੇ ਚਰਨਾਂ ਨੂੰ ਸਮਰਪਿਤ ਹੋ ਕਿ ਅਸੀਂ ਖਤੇ ਬਹੁਤ ਕਮਾਉਂਦੇ, ਹਰ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵਡ ਗੁਨਹਗਾਰ। ਬਸ ਤੂੰ ਮੰਨ ਲੈ, ਪ੍ਰਵਾਨ ਕਰ ਲੈ ਵੀ ਮੈਂ ਪਾਪੀ ਹਾਂ, ਅਪਰਾਧੀ ਹਾਂ, ਮੈਂ ਗੁਨਾਹਗਾਰ ਹਾਂ। ਜਿਸ ਦਿਨ ਤੂੰ ਮੰਨ ਕੇ ਗੁਰੂ ਦੇ ਚਰਨਾਂ ਤੇ ਢਹਿ ਪਿਆ, ਗੁਰੂ ਮਾਲਕ ਸਾਰੇ ਪਾਪ ਤੇਰੇ ਬਖਸ਼ ਦੇਵੇਗਾ। ਫਿਰ ਤੇ ਮਾਲਕ ਕਿਰਪਾ ਕਰਦਾ, ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੈ। ਮਾਲਕ ਸਾਰੇ ਗੁਨਾਹ ਬਖਸ਼ ਦਿੰਦਾ ਹੈ ਜੀ, ਅਗਲੇ ਮਾਰਗ ਤੇ ਪਾ ਦਿੰਦਾ ਹੈ। ਗੁਰੂ ਨਾਨਕ ਦੇ ਘਰ ਦਰ ਘਰ ਦੇ ਅੰਦਰ ਵਡਿਆਈਆਂ। ਪਤਾ ਵੀ ਇਹ ਔਰੰਗਜ਼ੇਬ ਨੇ ਇੰਨੇ ਭਾਰੀ ਜ਼ੁਲਮ ਕੀਤੇ ਨੇ, ਇੱਥੋਂ ਤੱਕ ਕਿ ਗੁਰੂ ਕਾ ਪਰਿਵਾਰ, ਗੁਰੂ ਕੇ ਜਾਨੋ ਪਿਆਰੇ ਸਿੱਖ ਜਿਹੜੇ ਸ਼ਹਾਦਤਾਂ ਦੇ ਜਾਮ ਪੀਂਦੇ ਨੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੀ ਉਮਤ ਦੇ ਭਲੇ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ ਸ਼ਬਦ ਵਰਤਦੇ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇੰਨਾ ਬਖਸ਼ੰਦ ਹੈ ਮਾਲਕ ਸਤਿਗੁਰੂ ਦਾ ਘਰ। ਜੇ ਇਸੇ ਘਰ ਦੇ ਵਿੱਚ ਔਰੰਗਜ਼ੇਬ ਦਾ ਪੁੱਤਰ ਮੁਅੱਜ਼ਮ, ਜਿਹਦੀ ਗਾਥਾ ਤੁਹਾਡੇ ਨਾਲ ਸਾਂਝੀ ਕੀਤੀ, ਜਿਹਨੇ ਤਖਤ ਪ੍ਰਾਪਤ ਕਰਕੇ ਬਹਾਦਰ ਸ਼ਾਹ ਨਾਂ ਰਖਾਇਆ,
जे ओ गुरु की शरण विच आया कि मेरी किरपा करो, मेरे ते रहमत करो, मेरी सहायता करो, ते बाबे ने एक वारी भी गिला सिकवा नहीं कीता। ओ तेरे प्यो ने साडे नाल आ कीता, तेरे प्यो ने साडे नाल आ कीता, असीं तेरी सहायता क्यों करिए? नहीं नहीं, गुरु नानक दा घर जड़ा जन जी ये शरण आयां दी बांह फड़दा, लाज रखदा जी। इसे लिए साहब नूं कहा जांदा, तुमरी शरण तुम्हारी आसा, तुम ही सजन सुहेले, राखो राखण हार दयाला, नानक घर के गोले। गुरु नानक दे घर दा ना हिंदू नाल वैर, ना मुसलमान नाल वैर। इत्थे जे हिंदू भी आए ते गुरु बाबे ने उन्हां दी भी बांह फड़ी, उन्हां दे तिलक ते जंजू दी खातर, मनुखता दे भले दी खातर गुरु बाबे ने इसे धरती ते आ करके अपने तन की कुर्बानी दे दी जी। कलगीधर पातशाह जी दे बचन, तिलक जन्नू राखा प्रभ ताका, किनो बड़ो कलू मैं साका, धर्म हेत साका जिन किया, शीस दिया पर सिर ना दिया। ऐसे साहिबां दे प्यारिओ क्यों ना वडियाइयां विच जुड़ीए। जिहड़ा साहिब दा घर है ही सदा बख्शिंद ते शरण आयां दी लाज रखण वाला है। ये मालक दा सुभाਅ है जी, मुੱਢ कदीमां दा। गुरबाणी दा फैसला है, जो शरण आवे तिस कंठ लावे। जिहड़ा मालक दी शरण विच आ जांदा है, मालक ओनू गल वकड़ी विच लै लैंदा है। जो शरण आवे तिस कंठ लावे, ये बिरध स्वामी संदा, ये मालक दा मुੱਢ कदीमां दा सुभाਅ है जी। ये मालक दा बिरध है जी। ते ओही गुरु नानक जोत मालक प्रभु परमात्मा स्वरूप है। ओही गुरु रामदास महाराज सतगुरु जी ने, ओही कलगीधर पातशाह महाराज सतगुरु जी ने। देखो कलगीधर पातशाह महाराज सतगुरु जी नूं गनी खां ते नबी खां गुरु के प्यार वाले कहंदे ने, साडा ये उच दा पीर है। रातोरी दा दीवान सी जी बठिंडे दी धरती ते। मैं उत्थे भी अर्ज कीती सी यही भी देखो उन्हां जीवां ने गुरु कलगीधर पातशाह महाराज गुरु नानक दी जोत नूं पीरां दा पीर आखिया, उच दा पीर किया, ते अज गुरु के सिखा तू मट्टियां दे विचों पीर लभदा पिया। अज गुरु के सिखा हैरानी हुंदी है जदों तू मिट्टी दे विचों पीर लभदा पिया। अज कबरां दे विचों पीर भालदा पिया। गुरु नानक दे घर दे सिखा गुरु के कहाउण वालिया, गुरु नानक याहर पीर जगत गुर बाबा है। इस तो वड्डा होर पीर केड़ा हो सकता है? गुरु नानक दे सिखा ठीक है, उन्हां नूं मुबारक जिहड़े होर होर दर ते झुकदे ने, पर घट्टो घट गुरु नानक दे कहाउण वालिया, तू गुरु नानक दे दर ते एक वारी झुकिया ना, ये दर दा होया ना, हुण तैनूं दर दर ते भटकण दी लोड़ नहीं। क्योंकि ख्याल रखी, जे गुरु नानक दे घर विचों पूरी नहीं ना पई, जिथे मर्जी भटक के देख लई, तेरी कदी पूरी नहीं पै सकती। जिन्हों बाला प्रीतम दे दर तो झोलियां नहीं ना भरियां जी, जिन्हों इथों मंगना नहीं ना आया जी, वो भावें किते मर्जी जाके झोलियां फैलाउंदा फिरे, नक गोडे टेकदा फिरे, ओदी किते झोली नहीं भरनी। गुरु नानक दे दर नूं समर्पित होइए। मालका डंडौत बंधन अनकवार, सर्ब कला समरथ, डोलन ते राखो प्रभु, नानक दे कर हथ। बस डोलन तो सानू रख लै। असीं कदी किते डोली जा रहे हैं जी, कदी किते डोली जा रहे हैं। अन्ना दिनां दे विच गुरु के लाला नूं याद करो, माता गुजर कौर नूं याद करो, जिन्हां नूं बड़े लालच भी दिते गए ते डरावे भी दिते गए जी, पर रता भर भी डोले नहीं, रता भर भी नहीं मन्नी, धर्म तो मुनकर नहीं होए। पर अज प्यारिओ असीं कोई घर बार ते डोली जा रहे हैं, अपने धर्म नूं तब्दील करदे हां, गुरु नूं पिठ दे दिंदे हां। कोई रिजक आहार वास्ते, कोई अपने दुखड़े नूं रोंदियां होइयां। कदी साहिब दे परिवार नूं देखीए कि प्यारिओ मालक दे घर दे विच जे समाजिक तल ते अपनी मत अकल नाल असीं विचारदे हां ते किन्नी वड्डी भीड़ा गुरु बाबे दे परिवार ते है। पर साहिब दे दर तों सिख एक पासे जंग लगी होवे, उस जंग दे विच वड्डा पुत्र बाबा अजीत सिंह जी जूझ रहा होवे, ते दूजे पासे सरसा दे कंडे ते बाबा आसा की वार दा कीर्तन कर रहा होवे। कैसा साहिब है मालिक? पता भी है उन्होंने कसमां भुला करके हमला किया होया है, इधर आसा की वार दा कीर्तन हो रहा है। गुरु बाबे ने दृढ़ कराया कि सिखा किन्ना भी भीड़ा तो भीड़ा दा समा होवे, तेरे जीवन दे विचों बाणी ना विसरे।
ਕਿੰਨਾ ਵੀ ਦੁੱਖ ਤੋਂ ਦੁੱਖ ਦਾ ਸਮਾਂ ਹੋਵੇ, ਤੇਰੇ ਜੀਵਨ ਦੇ ਵਿੱਚੋਂ ਅੰਮ੍ਰਿਤ ਵੇਲਾ ਨਾ ਖੁੰਝੇ। ਕਿਉਂਕਿ ਜਿਵੇਂ ਮਛਲੀ ਦਾ ਜੀਵਨ ਪਾਣੀ ਹੈ, ਸਿੱਖ ਦਾ ਜੀਵਨ ਬਾਣੀ ਹੈ। ਗੁਰੂ ਬਾਬੇ ਨੇ ਆਪ ਇਹ ਬਚਨ ਕਿਹਾ ਕਿ ਜੇ ਮੈਂ ਆਖਦਾ ਜੇ ਉਹਨੂੰ ਜਪਦਾ ਤੇ ਮੇਰਾ ਆਤਮਿਕ ਜੀਵਨ ਹੈ, ਜੇ ਮੈਂ ਉਹਨੂੰ ਨਾ ਜਪਾਂ ਤੇ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਜੀ ਰੋਜ਼ ਤੁਸੀਂ ਪੜ੍ਹਦੇ ਤੇ ਸੁਣਦੇ ਹੋ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਏ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਮਾਲਕਾ ਐਸਾ ਨਾਮ ਕਦੀ ਨਾ ਭੁੱਲੇ। ਗੁਰੂ ਬਾਬਾ ਆਪਣੇ ਹੱਥੀਂ ਪੁੱਤਰਾਂ ਨੂੰ ਤੋਰ ਕੇ ਉਹਨਾਂ ਨੂੰ ਸ਼ਹਾਦਤਾਂ ਦੇ ਜਾਮ ਪੀਂਦਿਆਂ ਦੇਹ ਕਰਕੇ ਵੀ ਕਹਿੰਦਾ ਹੈ, ਜਿਸ ਕੀ ਬਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਗੁਰੂ ਬਾਬੇ ਵਰਗੇ ਦੁਖੜਾ ਪਿਆਰਿਓ ਕੌਣ ਸਹਾਰ ਸਕਦਾ? ਕਿੰਨਾ ਭਾਣਾ ਮੰਨ ਕੇ ਦੱਸਣ ਵਾਲੇ ਨੇ ਸਤਿਗੁਰੂ। ਵੱਡੇ ਨੇਤਰਾਂ ਦੇ ਸਾਹਮਣੇ ਸ਼ਹੀਦ ਹੋਏ, ਛੋਟਿਆਂ ਦੀ ਖਬਰ ਸੁਣੀ ਨੂਰੇ ਮਾਈਏ ਦੇ ਕੋਲੋਂ, ਜਿਹੜਾ ਭੁੱਬਾ ਮਾਰ ਮਾਰ ਕੇ ਸੁਣਾਉਂਦਾ ਹੈ। ਤੇ ਗੁਰੂ ਬਾਬਾ ਬਸ ਸਾਰੀ ਵਾਰਤਾ ਮਾਤਾ ਜੀ ਦੀ ਤੇ ਸਾਹਿਬਜ਼ਾਦਿਆਂ ਦੀ ਸੁਣ ਕੇ ਕੇਵਲ ਕਾਹੀ ਦਾ ਬੂਟਾ ਖਰੋਜ ਕੇ ਤੀਰ ਦੀ ਨੋਕ ਨਾਲ ਪੁੱਟ ਕੇ ਸੁੱਟਦਾ। ਇੰਨਾ ਹੀ ਬਚਨ ਕਹਿੰਦਾ ਕਿ ਜ਼ੁਲਮ ਰਾਜ ਦੀ ਜੜ ਪੁੱਟੀ ਗਈ। ਤੇ ਸਿੱਖਾਂ ਨੇ ਪਿਆਰਿਓ ਹੱਥ ਜੋੜ ਕੇ ਪੁੱਛਿਆ ਸੀ, ਮਾਲਕਾ ਕਦੀ ਤੂੰ ਦੋ ਵੱਡੇ ਤੋਰ ਕੇ ਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਕਰਕੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਗਾਉਣਾ ਹੈ। ਮਾਲਕਾ ਅੱਜ ਤੂੰ ਆਪਣੇ ਛੋਟੇ ਲਾਲਾਂ ਦੀ ਮਾਤਾ ਜੀ ਦੀ ਖਬਰ ਸੁਣੀ ਤੇ ਤੇਰੇ ਨੇਤਰਾਂ ਦੇ ਵਿੱਚ ਇੱਕ ਵੀ ਜਲ ਦਾ ਤੁਬਕਾ ਨਹੀਂ ਦੇਖਿਆ। ਮਾਲਕਾ ਤੈਨੂੰ ਕੋਈ ਦੁੱਖ ਨਹੀਂ, ਮਾਤਾਵਾਂ ਦਾ ਪਤਾ ਕੋਈ ਨਹੀਂ, ਚੌਂ ਸਾਹਿਬਜ਼ਾਦੇ ਸ਼ਹੀਦ ਹੋ ਗਏ। ਮਾਲਕਾ ਮਾਤਾ ਜੀ ਚਲੇ ਗਏ, ਤੁਸੀਂ 9 ਸਾਲ ਦੇ ਸੀ ਜਦੋਂ ਪਿਤਾ ਨੂੰ ਤੋੜ ਦਿੱਤਾ, ਤੇ ਅੱਜ ਵੀ ਮਾਲਕਾ ਤੁਹਾਡੇ ਨੇਤਰਾਂ ਵਿੱਚ ਕੋਈ ਜਲ ਨਹੀਂ। ਤੇ ਕਲਗੀਧਰ ਪਾਤਸ਼ਾਹ ਨੇ ਬੜਾ ਸੁੰਦਰ ਪ੍ਰੈਕਟੀਕਲ ਤੌਰ ਤੇ ਸਮਝਾਇਆ ਸੀ। ਕਹਿੰਦੇ ਸਿੱਖੋ 5-7 ਲਕੀਰਾਂ ਧਰਤੀ ਤੇ ਕੱਢ ਦਿਓ, ਖਿੱਚ ਦਿਓ। ਕਹਿਣ ਲੱਗੇ ਜੀ 7 ਬਚਨ, ਕਹਿਣ ਲੱਗੇ ਇਹਨਾਂ ਨੂੰ ਮਿਟਾ ਦਿਓ। ਸਿੱਖਾਂ ਨੇ 7 ਬਚਨ ਕਹਿ ਕੇ ਮਿਟਾ ਦਿੱਤੀਆਂ ਜੀ। ਸਤਿਗੁਰੂ ਕਹਿਣ ਲੱਗੇ ਜਦੋਂ ਇਹ ਲਕੀਰਾਂ ਖਿੱਚੀਆਂ ਜਾਂ ਤੁਸੀਂ ਮਿਟਾਈਆਂ, ਕਿ ਤੁਹਾਨੂੰ ਕੋਈ ਖੁਸ਼ੀ ਜਾਂ ਗਮੀ ਹੋਈ? ਹੱਥ ਜੋੜ ਕੇ ਕਹਿੰਦੇ ਮਾਲਕਾ ਤੁਹਾਡਾ ਹੁਕਮ ਸੀ ਕਿ ਲਕੀਰਾਂ ਖਿੱਚੋ, ਅਸੀਂ ਖਿੱਚ ਦਿੱਤੀਆਂ। ਤੁਹਾਡਾ ਹੁਕਮ ਸੀ ਮਿਟਾ ਦਿਓ, ਅਸੀਂ ਮਿਟਾ ਦਿੱਤੀਆਂ। ਕਾਹਦੀ ਖੁਸ਼ੀ ਤੇ ਕਾਹਦੀ ਗਮੀ? ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਸ ਮੈਂ ਇਹੀ ਸਮਝਾਉਣਾ ਚਾਹੁੰਦਾ ਕਿ ਸਿੱਖੋ ਮਾਲਕ ਪ੍ਰਭੂ ਪਰਮਾਤਮਾ ਨੇ ਆਪਣੇ ਹੁਕਮ ਰਜਾ ਦੇ ਅੰਦਰ ਮੇਰੇ ਜੀਵਨ ਦੇ ਅੰਦਰ ਪਰਿਵਾਰ ਰੂਪੀ 5-7 ਲਕੀਰਾਂ ਖਿੱਚੀਆਂ ਸਨ। ਕਹਿੰਦੇ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਮਿਟਾ ਦਿੱਤੀਆਂ। ਮੈਂ ਤੇ ਮਾਲਕ ਦਾ ਸ਼ੁਕਰਗੁਜ਼ਾਰ ਧੰਨਵਾਦ ਕਰਦਾ, ਸ਼ੁਕਰਾਨਾ ਕਰਦਾ। ਮੈਨੂੰ ਖੁਸ਼ੀ ਇਸ ਗੱਲ ਦੀ ਕਿ ਮੇਰਾ ਪਰਿਵਾਰ, ਮੇਰੇ ਬੱਚੇ ਧਰਮ ਦੇ ਲੇਖੇ ਲੱਗੇ ਨੇ। ਆਖੋ ਸਤਨਾਮ। ਕਲਗੀਧਰ ਪਾਤਸ਼ਾਹ ਮਹਾਰਾਜ ਕੈਸਾ ਭਾਣਾ ਮੰਨ ਕੇ ਦੱਸਣ ਵਾਲੇ ਨੇ ਜੀ। ਜਿੰਨੇ ਉਹਦੀ ਰਾਜਾ ਵਿੱਚ ਰਾਜੀ ਰਹਿਣਾ ਨਾ ਜੀ, ਉਹਨੂੰ ਵੱਡੇ ਤੋਂ ਵੱਡਾ ਦੁੱਖ ਵੀ ਕਦੀ ਡੁਲਾ ਨਹੀਂ ਜੇ ਸਕਦਾ। ਵੱਡੇ ਤੋਂ ਵੱਡਾ ਦੁੱਖ ਵੀ ਡੁਲਾ ਨਹੀਂ ਸਕਦਾ। ਪਰ ਸੁਭਾਵਕ ਹੈ ਜੀ, ਕਈ ਵਾਰੀ ਬਾਣੀ ਪੜ੍ਹਦੇ ਆ, ਸੇਵਾ ਕਰਦੇ ਆ, ਸਿਮਰਨ ਕਰਦੇ ਆ, ਗਿਲੇ ਸਿਕਵੇ ਪੈਦਾ ਹੋ ਜਾਂਦੇ ਨੇ। ਪਰ ਕਦੀ ਆਪਣੇ ਤੋਂ ਅੱਗੇ ਵਾਲਿਆਂ ਨੂੰ ਦੇਖੀਏ ਧਰਮ ਦੀ ਦੁਨੀਆ ਦੇ ਅੰਦਰ, ਤੇ ਸਮਾਜ ਦੇ ਅੰਦਰ ਚੱਲਦਿਆਂ ਹੋਇਆਂ ਆਪਣੇ ਤੋਂ ਪਿੱਛੇ ਚੱਲਦਿਆਂ ਹੋਇਆਂ ਜੀਵਾਂ ਨੂੰ ਦੇਖੀਏ। ਜੇ ਸਮਾਜ ਅੰਦਰ ਕਾਮਯਾਬੀ ਹਾਸਲ ਕਰਨੀ ਤੇ ਆਪਣੇ ਤੋਂ ਹੇਠਲੇਪਨ ਨੂੰ ਵੀ ਦੇਖ ਕੇ ਚੱਲ। ਜੇ ਧਰਮ ਦੀ ਦੁਨੀਆ ਅੰਦਰ ਕਾਮਯਾਬੀ ਹਾਸਲ ਕਰਨੀ ਹੈ ਤੇ ਇੱਥੇ ਇਹ ਦੇਖ ਕੇ ਇੱਥੇ ਤਾਂ ਇੱਕ ਦੂ ਇੱਕ ਚੜ੍ਹਾਉਂਦੀਆਂ। ਜੇ ਤੂੰ ਪਿਆਰਿਆ 2 ਘੜੀਆਂ ਸਿਮਰਨ ਕਰਨ ਵਾਲਿਆਂ ਤੇ ਇੱਥੇ 2-2 ਘੰਟੇ ਚੌਂਕੜਾ ਮਾਰ ਕੇ ਵੀ ਬਹਿਣ ਵਾਲੇ ਨੇ। ਤੂੰ 5 ਬਾਣੀਆਂ ਦਾ ਨਿਤਨੇਮੀਆਂ ਤੇ ਇੱਥੇ ਸੁਖਮਨੀ ਸਾਹਿਬ, ਆਸਾ ਕੀ ਵਾਰ, 5 ਗ੍ਰੰਥੀ ਵੀ ਪੜਨ ਵਾਲੇ ਨੇ। ਇੱਥੇ ਸਾਰਾ ਦਿਨ ਸੇਵਾ ਕਰਨ ਵਾਲੇ ਨੇ ਗੁਰੂ ਕੇ ਪਿਆਰ ਵਾਲੇ। ਇੱਥੇ ਧਰਮ ਦੀ ਦੁਨੀਆ ਅੰਦਰ ਕਿਤੇ ਮਾਣ ਹੰਕਾਰ ਨਾ ਕਰ ਬੈਠੇ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਕਿਸੇ ਮਹਾਤਮਾ ਦੇ ਚਲਦਿਆਂ ਹੋਇਆਂ ਜੀ ਰਸਤੇ ਦੇ ਵਿੱਚ ਚੁਬਾਰੇ ਦੇ ਨੇੜੇ ਲੰਘਣ ਲੱਗੇ ਤੇ ਉੱਪੋਂ ਕਿਸੇ ਇਸਤਰੀ ਨੇ ਜੀ ਕੂੜੇ ਦੀ ਬਾਲਟੀ ਜਿਹੜੀ ਸੀ, ਸਵਾਹ ਦੀ ਬਾਲਟੀ ਜਿਹੜੀ ਮੁੱਧੀ ਕੀਤੀ, ਰੋੜ ਦਿੱਤੀ। ਉਹ ਸਵਾਹ ਜਿਹੜੀ ਸੀ ਮਹਾਤਮਾ ਦੇ ਸਿਰ ਦੇ ਵਿੱਚ ਪੈ ਗਈ।
महात्मा ने हथ लाया सवाह देखी जी, उन्हें इस्त्री नूं कोई बुरा भला नहीं आखिया, उत्थे हाथ जोड़ के खड़े हो गए ते कहंदे हे मेरे मालक परमात्मा, मैं तेरा शुक्रगुजार हाँ, तेरा धन्नवाद करदा कि ये केवल मेरे सिर दे विच सवाह पई है, इहदे विच अग नहीं आ। जे अग हुंदी ते मैं जल भी सकदा सा, ये केवल ठंडी सवाह है। इन्नी गल सुन के जी इस्त्री हेठां बड़ी जल्दी दे नाल आई, उन्हें आके हाथ जोड़ के मुआफ़ी मंगी, कहन लगी कि फकीर साईयां मैनूं मुआफ़ कर दे, मैं जान बुझ के सवाह नहीं सुटी, मैं ते अचानक सुटी ते तुहाडे पै गई, मेरे कोलों गलती हो गई, मुआफ़ी दे दिओ। कहन लगे नहीं भलीए तेरी कोई गलती नहीं, तू ते मैनूं सदों मालक दे शुक्रगुजार कीता, मैं तेरा भी धन्नवाद करदा ऐ। कई अनेकां साधु फकीर लोग ने जिहड़े आप अपने शरीरां ते अपने सिर विच सुआह पा लैंदे ने, मेरे ते मासा पै गई फिर की हो गया, मैं ते मालक दा शुक्रगुजार हां, इहदे विच अग कोई नहीं। कहण तो भाव कि जिहदे जीवन दे विच प्यारिओ मालक दा धन्नवाद शुकराना है, वड्डे तो वड्डा दुख भी कदी उहनूं डुला नहीं सकदा। ते ऐसे साहिब दे घर दीआं वडियाईआं जिन्हां ने सारा कुछ साडे तो वार करके ते प्यारिओ फिर भी ये बचन कहे, अदीब दे बड़े प्यारे बचन ने। वो कहंदे ਸਿੰਘੋ टैंदे देश दा जदों सहारा कोई नहीं सी, पिता देश तो उदों वारिया मैं, माता गुजरी सरहिंद विच गुजरी समा गुजरिया जिवें गुजारिया मैं, चार पुत बख्शे मैनू परमात्मा ने, जोड़ा जोड़ा करके वारिया मैं, शहनशाह मैनू ना आखो ਸਿੰਘੋ, शहनशाह मैनू ना आखो ਸਿੰਘੋ, किस्तां विच तां करज उतारिया मैं। ऐसे साहिबां दीआं प्यारिओ असीं कित्थे देण दे सकदे, कित्थे वडियाईआं कर सकदे हां, असीं अधूरे पूरियां दियां प्यारिओ कित्थे वडियाईआं हो सकदियां। जिहड़ा साहिब फिर भी आखे मैं हो परम पुरख को दासा, देखने आयो जगत तमाशा। जिहड़ा मालक कहे कि मालका तू मैनू तखत दे दिता है, पर मेरी जिहड़ी हालत सी हम जो हमरी बिद होती मेरे सतगुरा, साबित तुम हर जानो आपे, हम रुलते फिरते कोई बात ना पूछता, गुर सतगुर संग कीरे हम थापे, धन धन गुरु नानक जन केरा, जित मिलिया चूके सब सोग संतापे। ऐसे साहिबां दी वडियाई करदिआं पातशाल जी कहंदे ने, अगम निगम उदाहरण जरा जमै आरोह, हे गुरु रामदास सच्चे पातशाह, तू वरा रूप हो करके ना, वेदां नूं भी बचाउण वाला तू है, ते मालका बुढ़ेपे ते जम दे उपर तू सवार होण वाला है। भाव के ना तेरा कोई जम विगाड़ सकता है, ना बुढ़ेपा तेरा कुछ बिगाड़ सकता है। गुर अमरदास थिर थपियो, पर गामी तारण तरन, धन गुरु गुरु अमरदास महाराज तीजे पातशाह ने तुहानू ऐसा थिर तखत ते थापिया है। मालका तुसीं पारावार तो रहत हो, तुसीं जीवां नू भवजल संसार तो तारण वास्ते जहाज बोयथे दी ने आई हो, अग अंतक बदे ना साले काव, गुर रामदास तेरी शरण। हे गुरु रामदास महाराज, तेरे वर्गा पापां तो रहत करन वाला, पापां नू खंडन वाला मैं होर दुनिया ते कोई किसे दूजे नू नहीं जानदा। मालका तू सारे पापां दे नाश करन वाला है, ते सल कवि सल भट तेरी शरण विच ढह पिया, मेरे ते भी किरपा कर, रहमत कर, बख्शिश करन, शरण परे की राख दयाला, नानक तुमरे बाल गोपाला। सतगुरु रहमत करन, सब दियां हाजरियां प्रवान करन, उपदेश साडे हिरदियां ते वसे। सतगुरु सच्चे पातशाह महाराज सब दियां किरत कमाइयां सफलियां करन, यात्रावां सफलियां करन। समुची मैनेजमेंट कमेटी का बहुत बहुत धन्नवाद है। सत्कारयोग सिंह साहब होना का धन्नवाद। सत्कारयोग भाई अमृतपाल सिंह जी चढ़दी कला टाइम टीवी वाले, भाई मनजिंदर सिंह जी होना का तह दिल तो मैं धन्नवादी हाँ। कोटान कोट धन्नवाद गुरु ग्रंथ साहब महाराज सतगुरु जी का, बाला प्रीतम सतगुरु जी का, जिन्हों की अपार बख्शिश किरपा के सदका हाजरी भरी है। गुरु मालक इस तरह किरपा करे, सेवावां लेंदे रहन। भुल चुक दी खिमा। वाहिगुरु जी का खालसा, वाहिगुरु जी की फतेह। रामकली महला तीजा। आनंद इको ओंकार सतगुर प्रसाद।
ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤਾ ਪਾਇਆ ਸਹਿਜ ਸੇਤੀ ਮਨ ਵੱਲੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ।